राग केदारा केदारा राग दे अंदर बाणी कबीर जियो की भगत कबीर साहब जी की उचारण की हुई बाणी पंजवें पातशाह श्री गुरु अर्जन देव जी महाराज भाई गुरदास साहब जी के पासों दर्ज करवा रहे हैं। एक ओंकार एक अद्वितीय ब्रह्म ओंकार जो सर्वदा प्रकाशक है। सतगुर प्रसाद जो सतगुਰਾਂ की कृपा द्वारा प्राप्त होता है। उस दत निंदा दो विवर्जित जिन्होंने अपनी खुशामद वडियाई अते किसी की अपकीर्ति दोवें ही निषेध कीतियां त्याग दित्तियां हन। मान अबमाना अते आदर ते अहंकार भी त्याग दिता है। या अपने मान की इच्छा अते अहंकारी होके दूसरे का अपमान करना इन्हां सुभावां नूं भी छड्डिया है। लोहा कंचन समकर जाना है। फिर लोहा अते सोना दोवां नूं एक समान बिरती करके जानना करते हैं। ते मूरत भगवाना ओह पुरख परमात्मा का स्वरूप ही हैं। तेरा जाना हे प्रभु तेरा असल दास एक याद कोई दास तां कोई एक अद्धा पागला ही है। बाकी तो मेरे वर्गे खाऊ यार हैं जो कि फरीदा दर दरवेसी गाखड़ी चौपड़ी परीद चौपड़ियाँ रोटियां नाल ही प्रीति पाई हुई है। रब दे दर दी जो दरवेसी है ये बड़ी कठिन है। इकन किन्ने चाली है दरवेशा भी रीत कोई एक अद्धा विरला ही दरवेशा की रीति मुताबिक चलता है। एक ब्रह्म ज्ञानी ते अद्धा जगियासू है। भाव जगियासू के अंदर संशय बिरती होंदी है ते ब्रह्म ज्ञानी भी इन्ने कमले होए ने कलयुग दे घर घर होए बहे है रामा। श्री गुरु ग्रंथ साहब जी महाराज जी नूं कहंदे तां गुरु है ही नहीं क्योंकि तां बोलदा नहीं। बाणी उन्हां तो ही सिखदे ने पर गुरु आप बन के बैठ जाते ने। इहो जिहे ब्रह्म ज्ञानी हन। काम क्रोध लोभ मोह विवर्जित क्योंकि जो काम विकार दृष्टि क्रोध गुस्से ते लोभ पदार्थां दे लालच अते शरीरां दे मोह आदਿਕ विकारां नूं बेविशेष करके वर्जित रोकदा जो त्यागदा है। हर पद जीना कसोई हरि ओही तेरे स्वरूप की पदवी नूं जानदा है या ओही तेरे स्वरूप की प्राप्ति की पदवी होरनां नूं जना दिंदा है। विश्राम देकर फरमान करदे ने। रज गुण तम गुण सत गुण कहिया। हे प्रभु जो रजो गुण तमो गुण सतो गुण कही देने। तेरी सब माया ये त्रिगुणी रूप सारी तेरी ही माया है। इसी प्रकार राज गुण तम गुण सत गुण कहिया। ब्रह्मा रजोगुणी शिव जी तमोगुणी अते विष्णु सतोगुणी कही दे ने।
ਇਹ ਵੀ ਇਹ ਤੇਰੀ ਸਭ ਮਾਇਆ, ਇਹ ਵੀ ਸਭ ਤੇਰੀ ਹੀ ਮਾਇਆ ਹੈ। ਚੌਥੇ ਪਦ ਗਾਓ ਜੋ ਨਰ ਚੀਨਾ, ਇਹਨਾਂ ਤਿੰਨ ਗੁਣਾਂ ਨੂੰ ਛੱਡ ਕੇ ਜਿਹੜਾ ਮਨੁੱਖ ਗੁਰਾਂ ਦੁਆਰਾ ਚੌਥੇ ਤੁਰੀਆ ਪਦ ਨੂੰ ਜਾਣਦਾ ਹੈ। ਰਜੋਗੁਣ ਦਾ ਭਾਵ ਹੈ ਪਦਾਰਥਾਂ ਦੇ ਲਾਲਚ ਕਰਕੇ ਉਹਨਾਂ ਵਿੱਚ ਚਿੱਤ ਜੋੜੀ ਰੱਖਣਾ। ਤਮੋ ਗੁਣ ਦਾ ਭਾਵ ਹੈ ਕ੍ਰੋਧੀ ਸੁਭਾਅ ਹੋਣਾ। ਸਤੋ ਗੁਣ ਦਾ ਭਾਵ ਨਿਮਰਤਾ ਵਾਲੀ ਬਿਰਤੀ, ਵਡਿਆਈ ਦੀ ਇੱਛਾ ਪਰ ਉਹਨਾਂ ਦੇ ਮਨ ਵਿੱਚ ਵੀ ਬਣੀ ਰਹਿੰਦੀ ਹੈ। ਹੰਸਾ ਵਾਂਗ ਐ ਚੱਟੇ ਕੱਪੜੇ ਤਾਂ ਪਾਏ ਹੁੰਦੇ ਨੇ, ਪੈਸਾ ਵੀ ਨਹੀਂ ਚਾਹੁੰਦੇ, ਕਹਿੰਦੇ ਆਪਾਂ ਨਿਸ਼ਕਾਮ, ਪਰ ਜਿੰਦਾਬਾਦ ਕਰਾਉਣ ਦੀ ਇੱਛਾ ਉਹਨਾਂ ਦੇ ਮਨ ਵਿੱਚ ਵੀ ਹੁੰਦੀ ਹੈ ਕਿ ਜਿੱਧਰ ਜਾਈਏ ਸਾਨੂੰ ਵੈਲਕਮ ਹੋਵੇ, ਜੀਉ ਆਇਆ ਹੋਵੇ। ਇਹ ਸਤੋਗੁਣ ਵੀ ਇੱਕ ਬੰਦਸ਼ ਹੀ ਹੈ। ਇਹਨਾਂ ਤਿੰਨਾਂ ਗੁਣਾਂ ਨੂੰ ਛੱਡ ਕੇ ਜਿਨ੍ਹੇ ਚੌਥਾ ਪਦ ਤੁਰੀਆਂ ਨੂੰ ਜਾਣਿਆ ਹੈ, ਤਿਨ ਹੀ ਪਰਮ ਪਦ ਪਾਇਆ, ਉਸੇ ਨੇ ਹੀ ਵੱਡੀ ਪਦਵੀ ਕੇਵਲ ਮੋਖ ਇਹਨੂੰ ਪਾਉਣਾ ਕੀਤਾ ਹੈ। ਜਾਂ ਸਰੂਪ ਦੀ ਪ੍ਰਾਪਤੀ ਵੱਡਾ ਮਰਾਤਬਾ ਪਾਉਣਾ ਕੀਤਾ ਹੈ। ਤੀਰਥ ਬਰਤਾ ਨੇਮ ਸੁਚ ਸੰਜਮਾ, ਉਹ ਤੀਰਥ ਯਾਤਰਾ ਇਕਾਦਸ਼ੀਆਂ ਆਦਿਕ ਦੇ ਵਰਤ, ਯਮ ਨੇਮ ਆਦਿਕ ਸਾਧਨ, ਸੁਚ ਪਵਿੱਤਰਤਾ ਅਤੇ ਇੰਦਰੀਆਂ ਦਾ ਦਮਨ ਆਦਿਕ ਸਾਧਨਾਂ ਦੀ ਸਦਾ ਰਹਿ ਨਿਹਕਮਾ, ਕਾਮਨਾ ਤੋਂ ਸਦਾ ਰਹਿਤ ਰਹਿੰਦਾ ਹੈ। ਤ੍ਰਿਸ਼ਨਾ ਯਾਰ ਮਾਇਆ ਭ੍ਰਮ ਚੁਕਾ, ਉਸ ਦੀ ਰਸਾ ਕਸਾਂ ਦੀ ਭੋਗਾਂ ਦੀ ਤ੍ਰਿਸ਼ਨਾ ਅਤੇ ਮਾਇਆ ਕਰਕੇ ਪਿਆ ਹੋਇਆ ਸਰੂਪ ਦਾ ਪਰਮ ਵੀ ਚੁੱਕਿਆ ਗਿਆ ਹੈ। ਚਿਤਵਤ ਆਤਮ ਰਮਾ, हे ਪ੍ਰਭੂ ਤੈਨੂੰ ਆਪਣਾ ਰੂਪ ਕਰਕੇ ਚੇਤੇ ਕਰਦਾ ਰਹਿੰਦਾ ਹੈ। ਜਾਂ ਜਿਵੇਂ ਚੇਤਨ ਰੂਪ ਰਾਮ ਤੋਂ ਭਿੰਨ ਸਭ ਵਸਤੂਆਂ ਜੜ ਹਨ, ਇਉਂ ਚੇਤਨ ਦੀ ਅੰਸ਼ ਆਤਮਾ ਤੋਂ ਭਿੰਨ ਅਨਾਤਮ ਪਦਾਰਥ ਸਭ ਜੜ ਹਨ। ਇਸ ਲਈ ਰਾਮ ਹੀ ਆਤਮ ਤੇ ਆਤਮ ਹੀ ਰਾਮ ਹੈ। ਇਉਂ ਉਹ ਆਤਮ ਰਾਮ, ਆਤਮ ਭਾਵ ਤਵੰਗ ਪਦ ਲੱਖ ਅਰਥ ਤੇ ਰਾਮ ਭਾਵ ਤਤ ਪਦ ਲੱਖ ਅਰਥ ਨੂੰ ਇੱਕ ਰੂਪ ਕਰਕੇ ਹੀ ਚਿਤਵਦਾ ਰਹਿੰਦਾ ਹੈ। ਜਿਹ ਮੰਦਰ ਦੀਪਕ ਪਰਗਾਸਿਆ, ਜਿਵੇਂ ਜਿਸ ਮੰਦਰ ਘਰ ਵਿੱਚ ਦੀਵਾ ਪ੍ਰਕਾਸ਼ਦਾ ਹੈ, ਅੰਧਕਾਰ ਤਹ ਨਾਸਾ, ਉਸੇ ਘਰ ਦਾ ਹੀ ਹਨੇਰਾ ਨਾਸ਼ ਹੋ ਜਾਂਦਾ ਹੈ। ਇਸੇ ਪ੍ਰਕਾਰ ਜਿਹ ਮੰਦਰ ਦੀਪਕ ਪਰਗਾਸਿਆ, ਜਿਸ ਅੰਤਕਰਨ ਮੰਦਰ ਵਿੱਚ ਗਿਆਨ ਰੂਪ ਦੀਵਾ ਪ੍ਰਕਾਸ਼ਿਆ ਹੈ, ਅੰਧਕਾਰ ਤਹ ਨਾਸਾ, ਉਸੇ ਅੰਤਕਰਨ ਵਿੱਚੋਂ ਅਗਿਆਨਤਾ ਦਾ ਹਨੇਰਾ ਨਾਸ਼ ਹੋਇਆ ਹੈ। ਨਿਰਭਉ ਪੂਰ ਰਹੇ ਬ੍ਰਹਮ ਭਾਗਾ, ਇਹ ਭੈ ਤੋਂ ਰਹਿਤ ਹਰੀ ਉਸਨੇ ਐਸੇ ਨਿਸ਼ਚੈ ਕੀਤਾ ਹੈ ਕਿ ਤੁਸੀਂ ਸਭ ਤਾਈਂ ਪਰਿਪੂਰਨ ਹੋ ਰਹੇ ਹੋ। ਜਲ ਥਲ ਮਹੀਲ ਪੂਰੀਆ, ਸੁਆਮੀ ਸਿਰਜਨਹਾਰ ਅਨਕ ਭਾਂਤ ਹੋਏ ਪਸਰਿਆ, ਨਾਨਕ ਕੰਕਾਰ। ਕਹਿ ਕਬੀਰ ਜਨ ਦਾਸਾ, ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਕਿ ਉਹ ਪੁਰਸ਼ ਹੀ ਤੇਰਾ ਅਸਲ ਦਾਸਾ ਸੇਵਕ ਹੈ, ਜਾਂ ਉਸ ਪੁਰਖ ਦਾ ਮੈਨੂੰ ਦਾਸ ਬਣਾਉਣਾ ਕਰੋ। ਇਉਂ ਇਹ ਕਬੀਰ ਜੀ ਨੇ ਬੜੀ ਨਿਮਰਤਾ ਜਨਾਈ ਹੈ। ਕਿ ਨਹੀਂ ਪਣਜ ਅਕਾਂਸੀ ਤਾਂਬਾ, ਇਸ ਪਾਵਨ ਸ਼ਬਦ ਵਿੱਚ ਭਗਤ ਕਬੀਰ ਸਾਹਿਬ ਜੀ ਸੰਸਾਰੀ ਪੁਰਖਾਂ ਦੇ ਕਾਰੋ ਵਿਹਾਰਾਂ
ਅਤੇ ਮਹਾਤਮਾ ਦੇ ਪਰਮਾਰਥ ਦੇ ਵਿਵਹਾਰਾਂ ਦੇ ਬਾਬਤ ਕਥਨ ਕਰਦੇ ਨੇ ਕਿ ਇਹ ਭਾਈ ਕਿਸੇ ਨੇ ਕਹਿ ਅਤੇ ਤਾਂਬੇ ਆਦਿਕ ਧਾਤਾਂ ਦਾ ਵਪਾਰ ਕੀਤਾ ਹੈ ਕਿ ਨਹੀਂ ਲੌਂਗ ਸੁਪਾਰੀ ਕਿਸੇ ਨੇ ਲੌਂਗ ਅਤੇ ਸੁਪਾਰੀ ਆਦਿਕ ਪਦਾਰਥਾਂ ਨੂੰ ਵੰਡਣਾ ਕੀਤਾ ਹੈ। ਇਸੇ ਪ੍ਰਕਾਰ ਕਿ ਨਹੀਂ ਬਨਜ ਅਤ ਕਾਂਸੀ ਤਾਂਬਾ ਕਿਸੇ ਨੇ ਕਾਂਸੀ ਵਿੱਚ ਜਾ ਕੇ ਕਰਵੱਤਰ ਨੂੰ ਲੈਣ ਰੂਪ ਵੰਜਣਾ ਖਰੀਦਣਾ ਕੀਤਾ ਹੈ। ਕਿਸੇ ਨੇ ਤਾਂਬੇ ਆਦਿਕ ਦੀਆਂ ਜ਼ੰਜੀਰਾਂ ਲੱਕ ਨੂੰ ਬੰਨ੍ਹਣ ਰੂਪ ਇਹ ਤਾਮਸੀ ਤਪ ਕੀਤਾ ਹੈ, ਵਣਜ ਕੀਤਾ ਹੈ, ਤਾਮਸੀ ਤਪ ਰੂਪੀ ਵਪਾਰ ਕੀਤਾ ਹੈ। ਕਿ ਨਹੀਂ ਲੌਂਗ ਸੁਪਾਰੀ ਕਿਸੇ ਨੇ ਲੌਂਗ ਸੁਪਾਰੀ ਦੀ ਤਰ੍ਹਾਂ ਅਨੇਕਾਂ ਸਮੱਗਰੀਆਂ ਲੈ ਕੇ ਜਗ ਕਰਨ ਰੂਪ ਵਣਜ ਕੀਤਾ ਹੈ। ਸਵਾਹਾ ਸੁਰਤੀਆਂ ਪੜ੍ਹ ਕੇ ਫਿਰ ਸਵਾਹਾ ਜਦੋਂ ਕਹਿੰਦੇ ਸਵਾਹਾ ਇਸ ਤਰ੍ਹਾਂ ਬੋਲਾਂਗੇ ਸਾਰੇ ਵਿੱਚ ਸਮੱਗਰੀ ਸੁੱਟਣ। ਇਉਂ ਅੱਗ ਦੇ ਵਿੱਚ ਹਵਨ ਕੀਤੀਆਂ ਨੇ ਸਮੱਗਰੀਆਂ। ਸੰਤ ਹਉ ਬਨਜ ਨਾਮ ਗੋਬਿੰਦ ਕਾ ਸੰਤ ਜਨਾਂ ਨੇ ਪਰਮਾਤਮਾ ਦਾ ਨਾਮ ਹੀ ਖਰੀਦਣਾ ਕੀਤਾ ਹੈ। ਸੱਚ ਵਪਾਰ ਕਰੋ ਵਪਾਰੀ ਦਰਗਹ ਨਿਭੈ ਖੇਪ ਤੁਮਾਰੀ ਇਹਾਂ ਖਾਟ ਚਲੋ ਹਰ ਲਾਹ ਆਗੇ ਬਸਨ ਸੁਹੇਲਾ ਭਾਵ ਨਾਮ ਦਾ ਹੀ ਜਪਣ ਜਪਾਉਣ ਰੂਪ ਵਪਾਰ ਕੀਤਾ ਹੈ। ਐਸੀ ਖੇਪ ਹਮਾਰੀ ਮਹਾਰਾਜ ਕਬੀਰ ਜੀ ਕਹਿੰਦੇ ਨੇ ਕਿ ਇਹੋ ਜਿਹੀ ਸਾਡੀ ਨਾਮ ਦੀ ਹੀ ਖੇਪ ਨਾਮ ਹੈ ਪੂੰਜੀ ਹੈ। ਹਰ ਕੇ ਨਾਮ ਕੇ ਵਿਆਪਾਰੀ ਭਾਈ ਅਸੀਂ ਹਰੀ ਪਰਮਾਤਮਾ ਦੇ ਨਾਮ ਦੇ ਹੀ ਵਪਾਰੀ ਹਾਂ। ਹੀਰਾ ਹਾਥ ਚੜਿਆ ਨਿਰਮੋਲਕ ਸਾਡੇ ਮਨ ਰੂਪ ਹੱਥ ਵਿੱਚ ਹਰੀ ਰੂਪ ਜਾਂ ਨਾਮ ਰੂਪ ਨਿਰਮੋਲਕ ਅਮੋਲਕ ਹੀਰਾ ਚੜ ਗਿਆ ਸਾਖਿਆਤਕਾਰ ਹੋਇਆ ਹੈ। ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੁੰਜੀ। ਛੂਟ ਗਈ ਸੰਸਾਰੀ ਜਿਸ ਕਰਕੇ ਸਾਡੀ ਸੰਸਾਰ ਦੇ ਵਿਹਾਰਾਂ ਵਾਲੀ ਬਿਰਤੀ ਹੋਈ ਛੁੱਟ ਗਈ ਹੈ ਜਾਂ ਸੰਸਾਰੀ ਬਣ ਕੇ ਵਿਕਾਰਾਂ ਵਾਲੀ ਦ੍ਰਿਸ਼ਟੀ ਛੁੱਟ ਗਈ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ ਸਾਚੇ ਲਾਏ ਤੋਂ ਸੱਚ ਲਾਗੇ। ਅਸੀਂ ਜੋ ਪਾਤਸ਼ਾਹ ਜੀ ਕਹਿੰਦੇ ਕਿ ਸੱਚੇ ਪਰਮਾਤਮਾ ਦੁਆਰਾ ਨਾਮ ਜਪਣ ਦੇ ਵਿੱਚ ਲਾਈ ਗਏ ਹਾਂ ਜਦ ਸਾਚੇ ਕੇ ਵਿਵਹਾਰੀ ਤਦੋਂ ਹੀ ਸੱਚੇ ਨਾਮ ਜਪਣ ਵਿੱਚ ਅਸੀਂ ਲੱਗੇ ਆ। ਇਉਂ ਅਸੀਂ ਸੱਚੇ ਨਾਮ ਦੇ ਜਪਣ ਜਪਾਉਣ ਰੂਪ ਵਪਾਰੀ ਹਾਂ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਬ ਰਹਿ ਨਾਮ ਜਪਾਵੇ। ਸਾਚੀ ਬਸਤ ਕੇ ਭਾਰ ਚਲਾਏ ਅਸੀਂ ਸੱਚੀ ਨਾਮ ਸ਼ਰਵਣ ਮੰਨਣ ਧਿਆਸਨ ਰੂਪ ਜਾਂ ਭਗਤੀ ਰੂਪ ਵਸਤੂ ਦੇ ਭਾਰ ਆਪਣੇ ਅੰਤਕਰਨ ਰੂਪ ਗੱਡੀ ਉੱਪਰ ਲੱਦ ਕੇ ਚੱਲਦੇ ਹਾਂ। ਪਹੁੰਚੇ ਜਾਏ ਭੰਡਾਰੀ ਇਸ ਨਾਲ ਖਜ਼ਾਨਿਆਂ ਵਾਲੇ ਹਰੀ ਪਾਸ ਪਹੁੰਚ ਜਾਵਾਂਗੇ। ਜਾਂ ਭੰਡ ਹਰੀ ਵਿਦਿਆ ਰੂਪ ਭੰਡ ਦਾ ਵੈਰੀ ਭਾਵ ਗਿਆਨ ਅਰਥਾਤ ਗਿਆਨ ਸਰੂਪ ਦੇ ਵਿੱਚ ਪਹੁੰਚ ਜਾਵਾਂਗੇ। ਜਾਂ ਸੰਤਾਂ ਮਹਾਤਮਾ ਰੂਪ ਭੰਡਾਰੀਆਂ ਪਾਸ
ਆਪ ਉਹਨਾਂ ਦੀ ਸੰਗਤ ਵਿੱਚ ਪਹੁੰਚ ਗਏ। ਆਪੈ ਰਤਨ ਜਵਾਹਰ ਮਾਨਕ। ਹੁਣ ऐसा निश्चय किया है कि वो परमात्मा आप ही वैराग रूप रतन अपरो ज्ञान रूप जवेहर अति श्रवण मनन रूप मानक की तरह है। आपै है पासारी। अति आप ही संसार के पसारे नूं रचन वाला है। या आप ही जगियासु के अंदर साधना के पसारे नूं रचन वाला है। आपै दे दिस आप चलावै। ओह प्रभु आप ही 10 दिशा में रूप है अति आप ही जीवन की वासना अनुसार इन्हां दिशावां विच जीवन नूं चलाउंदा है। इस प्रकार आपै दे दिस आप चलावै। आप ही 10 इंद्रियां रूप है 10 दिशा में रूप है अति आप ही इन्हां इंद्रियां दी वासना विच जीवन की करनी अनुसार चलाउणा करदा है। इसी प्रकार आपै दे दिस आप चलावै। चेतन स्वरूप हरि आप 10 दिशावां विच व्यापक है अति जगियासु दे मन नूं अपने स्वरूप की प्राप्ति कराउण वाले प्रेमा भगती के रस्ते उपर चलाउणा करदा है। निश्चल है व्यापारी। हरि आप अचल व्यापारी है। या नाम दा जपन जपाउण रूप व्यापार करने वाले महात्मा अचल स्वरूप दे विच स्थित हो के रहिंदे हन। मन कर बैला सुरत कर पैटा। इस व्यापार दे लई असी मन नूं बलद बनाउणा कीता है। सुरत जो बिरती श्रेष्ठ प्रीति दा पेंडा मार्ग कीता है। ज्ञान गुण भर डारी। अते ज्ञान रूप गुण बोरी भर के ਉਹ ਜੋ ਖੋਤਿਆਂ ਦੇ ਜਾਂ ਬਲਦਾਂ ਦੇ ਉੱਪਰ ਛੱਟ ਜਿਹੀ ਲੱਦੀ ਹੁੰਦੀ ਹੈ ਉਹ ਵੱਡੇ ਸਾਰੇ ਬੋਰੇ ਨੂੰ ਵਿੱਚੋਂ ਫਾੜ ਕੇ ਅੱਧਾ ਉਧਰ ਕਰਕੇ ਇਹਦੇ ਉੱਪਰ ਆ ਬੈਠੇ ਹੁੰਦੇ ਨੇ। तो इस तरह ये जड़ी बोरी भर के उस बल के उपर सुटी लदना की है। इस प्रकार ज्ञान गुण पर डारी। अंतकरण रूपी बोरी विच ज्ञान रूपी वस्तु भर के सुटी हुई लदी हुई है। कहत कबीर सुनहो रे संता हो। भगत कबीर साहब जी कथन करते ने कि रे संत हो, हे संत जनो ये विचार सुनना करो। निबही खेप हमारी। इंज साडी नाम रूप ब्रह्म ज्ञान रूप जीवन मुक्ति रूप खेप पूंजी सिर तोड़ तक निभ गई है। री कलवार गवार मूढ़ मत। कोई जोगी भगत कबीर साहब जी के पास आया जिस दी शराब पीन की आदत सी। मैं पहला भी कई बार बेनती की है कि जिहड़ी शराब है ते होर नशे ने ये केवल ते केवल गुरुद्वारा साहब दे विच ही मना हन। मंदिरां मसीतां दे मुੱਢ विच पान सुपारी तंबाकू दीयां दुकानां तुसीं देखोगे। उतों दे मुल्लां गा जी पंडित पुंडित सब चपड़ मूँह मारते होणगे। नशे पते खांदे भी ने ते पींदे भी ने। मसीतां दे मुੱਢ विच भी मीट मुर्गे दीयां हलाल दीयां दुकानां हन। इहो गंदमंद सब जगह चलता है। एक गुरु घर दे विच सख्त मनाही है। जो गुरु घर दे विच संत भगत प्रवान होए ने वो भी सच्ची सुची बिरती वाले सन। किन्नी हैरानी की गल है। साडा सका प्यो चढ़ाई कर जाए, प्यो का साया हमेशा साडे सिर पर रहे। पर एक उदाहरण है, माफ़ करना,
ਆਪਾਂ ਉਹਨੂੰ ਵੀ ਸੰਸਕਾਰ ਤੋਂ ਬਾਅਦ ਆ ਕੇ ਤੇ ਕੱਪੜੇ ਕੁਪੜੇ ਲਾ ਕੇ ਇਸ਼ਨਾਨ ਕਰਦੇ ਵੀ ਮੁਰਦੇ ਨਾਲ ਸਾਡਾ ਸਰੀਰ ਟੱਚ ਹੋਇਆ। ਮੁਰਦਾ ਸਾੜਨ ਤੋਂ ਬਾਅਦ ਤਾਂ ਬੰਦਾ ਨਹਾਉਂਦਾ ਹੈ ਤੇ ਜਿਉਂਦਿਆਂ ਜੀਵਾਂ ਨੂੰ ਛੁਰੀ ਮਾਰ ਕੇ ਤੇ ਡਕਾਰ ਜਾਂਦਾ ਹੈ। ਕਿੰਨੀ ਹੈਰਾਨੀ ਦੀ ਗੱਲ ਹੈ, ਦੱਸੋ ਹੈ ਕੋਈ ਬੰਦੇ ਵਾਲੀ ਗੱਲ? ਮੈਨੂੰ ਤਾਂ ਜਾਪਦੀ ਨਹੀਂ। ਕਰਤੂਤ ਪਸ਼ੂ ਕੀ ਮਾਨਸ ਜਾਤ। ਉਹ ਕਹਿੰਦਾ ਵੀ ਮਰੇ ਨੂੰ ਹੱਥ ਨਹੀਂ ਲਾਉਣਾ, ਜੇ ਹੱਥ ਲਾਤਾ ਤਾਂ ਮੈਂ ਅਪਵਿੱਤਰ ਹੋ ਜਾਊਂਗਾ। ਜਿਹਦੇ ਘਰ ਮਰਿਆ ਹੋਵੇ ਉੱਥੇ ਉਹ ਚੁੱਲ੍ਹਾ ਨਹੀਂ ਬਲਦਾ, ਚਾਹ ਵੀ ਗੁਆਂਢੀ ਪਿਆਉਂਦੇ ਨੇ, ਤੇ ਜਿਉਂਦਿਆਂ ਜੀਵਾਂ ਨੂੰ ਮਾਰ ਕੇ ਹੜਪ ਜਾਂਦਾ ਹੈ। ਜਾਂ ਰਿਸ਼ਵਤਖੋਰੀ, ਵੱਡੀ ਖੋਰੀ, ਗਰੀਬਾਂ ਦੇ ਗਲੇ ਵੱਢ ਕੇ ਖੂਨ ਚੂਸਦਾ, ਉਹਨਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਆਪ ਕਬਜ਼ਾ ਕਰ ਲੈਂਦਾ। ਕਿੰਨੀ ਮੂਰਖ ਦੁਨੀਆ ਹੈ। ਸ਼ਰਾਬ ਤਾਂ ਟੋਟਲੀ ਸਾਰੇ ਪੀਂਦੇ ਨੇ। ਇਹ ਆਦਤ ਛਡਾਉਣ ਲਈ ਕਬੀਰ ਸਾਹਿਬ ਜੀ ਇਹ ਸ਼ਬਦ ਉਚਾਰਦੇ ਨੇ। ਸੱਚਮੁੱਚ ਜੀ ਆਪਾਂ ਡੇਲੀ ਨਿਤਨੇਮ ਕਰਨ ਲੱਗ ਪਈਏ। ਇੱਕ ਸੋਹੀਆਂ ਦੇ ਗੁਰਮੁਖ ਪਿਆਰੇ ਗੁਰਦੁਆਰੇ ਸਾਹਿਬ ਦੇ ਸੈਕਟਰੀ ਫੌਜੀ ਰਿਟਾਇਰ ਹੋਏ, ਉਹਨਾਂ ਨੂੰ ਮੈਂ ਪੁੱਛਿਆ, ਮੇਰਾ ਸੁਭਾਅ ਹੀ ਆ, ਮੈਂ ਕਿਹਾ ਵੀ ਤੁਸੀਂ ਜਿਹੜੇ ਫੌਜੀ ਲੋਕ ਹੋ, ਤੁਹਾਨੂੰ ਤਾਂ ਸਭ ਕੁਝ ਫ੍ਰੀ ਮਿਲਦਾ, ਸ਼ਰਾਬ ਵੀ ਤੇ ਮੀਟ ਮੁਰਗਾ ਵੀ, ਤੇ ਤੁਸੀਂ ਬਾਬੇ ਕਿਵੇਂ ਬਣ ਗਏ ਬਈ ਦੱਸੋ? ਕਹਿੰਦੇ ਕਿ ਖਾਈ ਪੀਵੀ ਦਾ ਤਾਂ ਸਾਰਾ ਕੁਝ ਸੀਗਾ, ਤੇ ਪਰ ਭੁੱਲ ਭੁਲੇਖੇ ਗੁਰਦੁਆਰੇ ਦੇ ਬਾਬੇ ਨਾਲ ਯਾਰੀ ਪੈ ਗਈ। ਉਹ ਕਹਿਣ ਲੱਗਾ ਵੀ ਰੋਜ਼ ਆਇਆ ਕਰੋ, ਕਿਉਂਕਿ ਸਾਡਾ ਤਾਂ ਕੰਮ ਹੀ ਇਹ ਹੈ, ਖਾਲੀ ਗੁਰਦੁਆਰਾ ਥੋੜ੍ਹਾ ਚੰਗਾ ਲੱਗਦਾ, ਸੰਗਤਾਂ ਹੋਣਗੀਆਂ ਤਾਂ ਹੀ ਦਿਲ ਲੱਗੂਗਾ। ਤੇ ਉਹਨੇ ਰਹਿਰਸ ਦਾ ਪਾਠ ਕਰਨਾ ਤੇ ਕਹਿੰਦਾ ਮੈਂ ਬਹਿ ਕੇ ਸੁਣਨਾ, ਨਾਲੇ ਮਾੜਾ ਮੋਟਾ ਪ੍ਰਸ਼ਾਦ ਵਰਤਾਈ ਜਾਣਾ, ਪਹਿਰਾ ਲਾਈ ਜਾਣਾ। ਇਹੋ ਮੇਰੀ ਆਦਤ ਬਣ ਗਈ। ਤੇ ਆ ਕੇ ਮੈਸ ਵਿੱਚ ਖਾਣਾ ਪੀਣਾ ਵੀ ਚੱਲਣਾ। ਉਹ 15 ਕੁ ਦਿਨ ਹੋਏ, ਆਤਮਾ ਨੇ ਆਵਾਜ਼ ਦਿੱਤੀ ਵੀ ਮਨਾ ਇਹ ਕੰਮ ਗਲਤ ਹੈ, ਜਾਂ ਤਾਂ ਬਾਬਾ ਛੱਡ ਦੇ ਤੇ ਜਾਂ ਫਿਰ ਆਹ ਕੰਮ ਛੱਡ ਦੇ। ਕਹਿੰਦੇ ਸੋਦਰ ਰਹਿ ਰਸ ਦੇ ਪਾਠ ਨੇ ਮੇਰੇ ਕੋਲ ਗੰਦਮੰਦ ਛਡਾਤਾ। ਫਿਰ ਹੌਲੀ ਹੌਲੀ ਸਵੇਰੇ ਵੀ ਜਾਣਾ ਸ਼ੁਰੂ ਕਰ ਦਿੱਤਾ, ਜਪਜੀ ਸਾਹਿਬ ਦਾ ਪਾਠ ਵੀ ਸੁਣਨਾ, ਬਾਬੇ ਨਾਲ ਪ੍ਰਕਾਸ਼ ਵੀ ਕਰਾਉਣਾ। ਫੌਜ ਦੇ ਵਿੱਚ ਮੰਦਿਰ ਵੀ ਹੁੰਦਾ, ਗੁਰਦੁਆਰਾ ਵੀ ਹੁੰਦਾ, ਤੇ ਮਸੀਤ ਵੀ। ਸਭ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ। ਤੇ ਜਦ ਮੈਂ ਉਹਨੂੰ ਮਿਲਿਆ ਤਾਂ ਮੂੰਹ ਜ਼ਬਾਨੀ 5 ਬਾਣੀਆਂ ਦੇ ਰਹਿਰਸ ਦਾ ਪਾਠ ਯਾਦ ਸੀਗਾ। ਸਾਡੇ ਵਰਗਿਆਂ ਲਈ ਵੀ ਨਿਤਨੇਮ ਔਖਾ ਬਣ ਜਾਂਦਾ, ਕਰਨਾ ਬੜਾ ਕਠਿਨ ਹੈ। ਪਰ ਇੱਕ ਸਿੱਧਾ ਸਾਦਾ ਇਨਸਾਨ, ਬਿਲਕੁਲ ਭੋਲਾ ਭਾਲਾ, ਪਰ ਬਾਣੀ ਦਾ ਨਿਤਨੇਮ ਜ਼ਬਾਨੀ ਯਾਦ। ਤੇ ਇਸ ਵਾਸਤੇ ਇਹ ਜਿਹੜੀ ਗੁਰਬਾਣੀ ਹੈ ਜੀ, ਅੰਮ੍ਰਿਤ ਛਕ ਕੇ ਵੀ ਆਪਾਂ ਨਹੀਂ ਪੜਾਂਗੇ ਤੇ ਪੁੱਠੇ ਪਾਸੇ ਮਨ ਜਾਊਗਾ ਹੀ ਜਾਊਗਾ, ਪੱਕੀ ਗੱਲ ਹੈ। ਤੇ ਜੇ ਅੰਮ੍ਰਿਤ ਤੋਂ ਬਗੈਰ ਵੀ ਪੜ੍ਹਨ ਲੱਗ ਪਵਾਂਗੇ ਤਾਂ ਵੀ ਮਨ ਸਿੱਧਾ ਹੋ ਜਾਊਗਾ। ਕਿਰਪਾ ਬਾਣੀ ਨੇ ਕਰਨੀ ਹੈ। ਆ ਜਿਹੜਾ ਅੰਮ੍ਰਿਤ ਹੈ, ਗਾਤਰਾ ਹੈ, ਤਾਂ ਇੱਕ ਕੰਡੀਸ਼ਨਾਂ ਨੇ, ਇਹ ਤਾਂ ਇੱਕ ਡਿਸਿਪਲਿਨ ਹੈ। ਹੁੰਦੀ ਉਤਰਾ ਅੰਮ੍ਰਿਤ ਦੇ ਨਾਲ ਵੀ ਕਿਰਪਾ ਹੈ, ਪਰ ਥੋੜਾ ਬਹੁਤਾ ਤਾਂ ਯਤਨ ਕਰਨਾ ਹੀ ਪਏਗਾ। ਜਿੰਨੇ ਸ਼ਰਾਬ ਦੀ ਜਾਂ ਨਸ਼ੇ ਦੀ ਭੈੜੀ ਆਦਤ ਛੱਡਣੀ ਹੈ, ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਇਸ ਤਰ੍ਹਾਂ ਹੀ ਪ੍ਰੇਰਿਤ ਕੀਤਾ ਜਾਂਦਾ ਹੈ। ਉਹ ਆਪਦਾ ਮਨ ਗੁਟਕੇ ਦੇ ਵਿੱਚ ਲਾਏ, ਗੁਰਬਾਣੀ ਦੇ ਨਿਤਨੇਮ ਵਿੱਚ ਲਾਏ, ਸ਼ਬਦਾਂ ਨੂੰ ਪੜ੍ਹੇ ਵਿਚਾਰੇ। ਸੋ ਸ਼ਰਾਬ ਛੱਡਣ ਵਾਲਾ ਬੰਦਾ ਜੀ, ਉਹਦਾ ਦਿਲ ਕਰਦਾ ਵੀ ਇਹ ਕੰਮ ਮਾੜਾ, ਤਾਂ ਆ ਸ਼ਬਦ ਸੁਣੋ ਭਾਈ ਪਿਆਰ ਨਾਲ। ਹਰੀ ਕਲਵਾਰ ਗਵਾਰ ਮੂੜ ਮਾਤਾ। ਇਹ ਜਿਹੜੀ ਸ਼ਰਾਬ ਹੈ, ਕਿਸੇ ਬੀਬੀ ਨੂੰ, ਕਿਸੇ ਭੈਣ ਨੂੰ ਪੁੱਛ ਕੇ ਵੇਖ ਲਓ। ਆ ਕੁੰਮੜੇ ਠੇਕਾ ਖੁੱਲਿਆ ਸੀ, ਲੋਕ ਟਲਦੇ ਥੋੜੋ ਨੇ। ਜਿੰਨਾ ਮਰਜੀ ਬੀਬੀਆਂ ਨੇ ਵਿਰੋਧ ਕੀਤਾ, ਪਰ ਉੱਥੇ ਖੁੱਲ ਗਿਆ। ਹੈਰਾਨੀ ਦੀ ਗੱਲ ਹੈ, ਸਾਡੀ ਗੌਰਮੈਂਟ ਵੇਖੋ ਕਿੰਨਾ ਪ੍ਰਚਾਰ ਕਰਦੀ ਹੈ, ਪਰ ਉਹ ਖੁਦ ਸ਼ਰਾਬ ਦੇ ਠੇਕੇ ਦੇ ਰਹੀ ਹੈ। ਕਹਿੰਦੇ ਜਿੰਨਾ ਟੈਕਸ ਇਹਦੇ ਤੋਂ ਆਉਂਦਾ ਉਹਨਾਂ ਕਿਤੋਂ ਆਉਂਦਾ ਹੀ ਨਹੀਂ। ਆ ਬੀੜੀਆਂ ਸਿਗਰਟਾਂ ਦੇ ਬੋਰੀਆਂ ਦੇ ਬੋਰੇ ਭਰ ਕੇ ਵੈਲਿਡ ਹੈ, ਉਹ ਸਰਕਾਰ ਵੱਲੋਂ ਲਾਇਸੈਂਸ ਮਿਲਦੇ ਨੇ ਠੇਕੇਦਾਰੀ ਦਾ ਹਰੇਕ ਜਗ੍ਹਾ ਤੇ। ਦੁੱਧ ਤਾਂ ਤੁਹਾਨੂੰ ਵੇਲੇ ਕਵੇਲੇ ਕਦੀ ਨਹੀਂ ਮਿਲੂਗਾ,
ਰਾਤ ਨੂੰ ਜਾਂ ਦੁਪਹਿਰੇ, ਕਹਿਣਗੇ ਸਵੇਰੇ ਸ਼ਾਮ ਟਾਈਮ ਸਿਰ ਆਇਓ, ਪਰ ਸ਼ਰਾਬ ਦੀ ਬੋਤਲ ਜਦੋਂ ਮਰਜ਼ੀ ਲੈ ਲਓ। ਹੈ ਘਰ ਵਿੱਚ ਕਲੇ ਕਲੇਸ਼ ਵਾਲੀ, ਸਾਰੇ ਚਾਹੁੰਦੇ ਨੇ ਵੀ ਇਹ ਕਲੇਸ਼ ਨਿਕਲ ਜਾਏ, ਖਤਮ ਹੋ ਜਾਏ, ਪਰ ਫਿਰ ਵੀ ਬੰਦਾ ਸਭ ਕੁਛ ਕਰ ਰਿਹਾ ਹੈ। ਇਹ ਜਿਹੜੇ ਕਲਵਾਰ ਕਲੇਸ਼ ਵਾਲੇ, ਸ਼ਰਾਬ ਕੱਢਣ ਵਾਲੇ, ਸ਼ਾਸਤਰ ਗਿਆਨ ਵੱਲੋਂ ਬੇਸਮਝ ਤੇ ਪਰਮਾਰਥ ਵੱਲੋਂ ਮੂਰਖ ਬੁੱਧੀ ਵਾਲੇ, ਇਹ ਜੋਗੀਆ, ਇਹ ਮੂਰਖ ਸ਼ਰਾਬੀਓ, ਕਬਾਬੀਓ, ਉਲਟੋ ਪਵਨ ਫਿਰਾਵਾਓ, ਅਪਾਨ ਵਾਯੂ ਤੇ ਪ੍ਰਾਣਾਂ ਨੂੰ ਉਲਟਾ ਕਰਕੇ ਦਸਮ ਦੁਆਰ ਵੱਲ ਫੇਰਨਾ ਕਰ। ਅਸਲ 'ਚ ਸ਼ਰਾਬੀ ਜੋਗੀ ਨੂੰ ਉਪਦੇਸ਼ ਹੈ। ਜਿਹੜਾ ਧਰਮੀ ਬਣ ਕੇ ਇਹ ਕੰਮ ਕਰਦਾ ਉਹ ਤਾਂ ਬਹੁਤਾ ਹੀ ਬੁਰਾ ਹੈ। ਇਸੇ ਪ੍ਰਕਾਰ ਰੀ ਕਲਵਾਰ ਗਵਾਰ ਮੂੜ ਮਤ, ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਵਰਜ ਕੇ ਸ਼ਾਂਤ ਕਰ, ਬੇਸਮਝਪੁਣੇ ਨੂੰ ਗਵਾ ਦੇ ਅਤੇ ਮਤ ਬੁੱਧ ਦੇ ਤਾਈ ਮੂੜੇ ਵਾਂਗ ਅਸਥਿਤ ਕਰ। ਉਲਟੋ ਪਵਨ ਫਿਰਾਵੋ, ਅਤੇ ਸੰਸਾਰ ਦੀ ਵਾਸ਼ਨਾ ਵੱਲੋਂ ਮਨ ਨੂੰ ਉਲਟਾ ਕੇ ਪਰਮਾਰਥ ਵੱਲ ਫੇਰਨਾ ਕਰ। ਮਨ ਮਤਵਾਰ ਮੇਰ ਸਰ ਪਾਠੀ, ਮਨ ਨੂੰ ਮਸਤ ਕਰਨ ਲਈ ਮੇਰ ਸ਼੍ਰੋਮਣੀ ਦਸਮ ਦੁਆਰ ਨੂੰ ਪੱਟੀ ਦੇ ਸਦਰਸ਼ ਕਰ ਅਤੇ ਜੋਗਾਨੰਦ ਰੂਪ ਅੰਮ੍ਰਿਤ ਤਾਰ ਚੁਆਵਾਓ, ਅੰਮ੍ਰਿਤ ਦੀ ਧਾਰ ਚਵਾਉਣਾ ਕਰ। ਇਸੇ ਪ੍ਰਕਾਰ ਮਨ ਮਤਵਾਰ ਮੇਰ ਸਰ ਪਾਠੀ, ਮਨ ਨੂੰ ਆਤਮ ਸ਼ੈਨੀ ਮਤ ਵਾਲਾ ਬਣਾਉਣਾ ਕਰ ਅਤੇ ਸਾਰਿਆਂ ਦੇ ਮੇਰ ਸ਼੍ਰੋਮਣੀ ਬ੍ਰਹਮ ਚੇਤਨ ਵਿੱਚ ਭਾਵਨਾ ਕਰਨ ਰੂਪ ਪੱਟੀ ਬਣਾਉਣਾ ਕਰ। ਅੰਮ੍ਰਿਤ ਤਾਰ ਚੁਆਵਾਓ, ਫਿਰ ਬ੍ਰਹਮਾਕਾਰ ਬਿਰਤੀ ਕਰਕੇ ਅੰਤःਕਰਨ ਨੂੰ ਪਿਆਲੇ ਵਿੱਚ ਬ੍ਰਹਮਾਨੰਦ ਰੂਪ ਅੰਮ੍ਰਿਤ ਦੀ ਧਾਰ ਚਵਾਉਣਾ ਕਰ। ਇਉਂ ਤ੍ਰੀਵ ਆਨੰਦ ਦੇਣ ਵਾਲੀ ਅਵਸਥਾ ਬਣਾ ਕੇ ਬਾਹਰਲੀ ਭੈੜੀ ਸ਼ਰਾਬ ਛੱਡਣਾ ਕਰ। ਬੋਲੋ ਭਈਆ, ਇਹ ਭਈਆ ਜੀ, ਭਈਏ ਹੀ ਜ਼ਿਆਦੇ ਗੰਦ ਪਾਉਂਦੇ ਨੇ। ਆ ਜਿੰਨੇ ਕਿਰਾਏਦਾਰ ਨੇ ਮੈਨੂੰ ਮਾਫ ਕਰਨਾ, ਨਾਲੀਆਂ ਗੰਦੀਆਂ, ਗਲੀਆਂ ਗੰਦੀਆਂ, ਮਰ ਪੀ ਪੀ ਕੇ ਉਲਟੀਆਂ ਦੇ ਥੁੱਕ ਮਾਰ ਮਾਰ ਕੇ ਕੋਈ ਜਗ੍ਹਾ ਨਾ ਖਾਲੀ ਛੱਡੀ ਨਹੀਂ ਹੈ। ਕੋਈ ਧਰਮ ਹੀ ਨਹੀਂ ਵੀ ਨੰਗੇ ਪੈਰੀ ਬੰਦਾ ਗੁਰਦੁਆਰੇ ਆ ਜਾਏ। ਇੱਕ ਸੱਚਖੰਡ ਹਜੂਰ ਸਾਹਿਬ ਤਖਤ ਸਾਹਿਬ ਦੀ ਮੈਂ ਸਿਫਤ ਵੇਖੀ ਹੈ ਕਿ ਗੁਰਦੁਆਰਾ ਲੰਗਰ ਸਾਹਿਬ ਤੋਂ ਲੈ ਕੇ ਤਖਤ ਸਾਹਿਬ ਤੱਕ ਭਾਵੇਂ ਨੰਗੇ ਪੈਰ ਧੋ ਕੇ ਤੁਰ ਪਓ ਤੇ ਬਿਲਕੁਲ ਸਾਫ ਸੁਥਰੀ ਜਗ੍ਹਾ ਉਸੇ ਤਰ੍ਹਾਂ ਹੀ ਪਹੁੰਚ ਜਾਓਗੇ। ਬਾਕੀ ਕੋਈ ਜਗ੍ਹਾ ਇਸ ਤਰ੍ਹਾਂ ਦੀ ਨਹੀਂ ਜੋ ਕਿ ਨੰਗੇ ਪੈਰ ਬੰਦਾ ਗੁਰਦੁਆਰੇ ਦੇ ਅੰਦਰ ਐਂਟਰ ਕਰ ਜਾਏ। ਸੋ ਭਈਆ ਨਾਮ ਹੈ ਭਰਾ ਦਾ। ਹਿੰਦੀ ਦੇ ਵਿੱਚ ਭਰਾ ਨੂੰ ਭਈਆ ਕਹਿੰਦੇ ਨੇ। ਇਹ ਭਈਆ ਜੀ, ਇਹ ਭਾਈ ਜੀ, ਬੋਲਣਾ ਕਰੋ ਰਾਮ ਨਾਮ, ਬੋਲ ਹਰ ਨਾਮ ਸਫਲ ਸਾ ਕਰੀ। ਰਾਮ ਕੀ ਦੁਹਾਈ, ਮੈਂ ਰਾਮ ਪਰਮਾਤਮਾ ਦੀ ਇਹ ਗੱਲ ਦੁਹਾਈ ਪੁਕਾਰ ਪੁਕਾਰ ਕੇ ਕਹਿੰਦਾ, ਜਾਂ ਤੁਹਾਨੂੰ ਰਾਮ ਦੀ ਕਸਮ ਜੇ। ਰਾਮ ਨੂੰ ਤਾਂ ਮੰਨਦੇ ਹੀ ਹੋ ਨਾ। ਰਾਮ ਜਿਹੜਾ ਬੀੜੀ ਪੀਂਦਾ ਜਾਂ ਤੰਬਾਕੂ ਖਾਂਦਾ ਸੀਗਾ, ਬੜਾ ਸਾਫ ਸੁਥਰਾ ਉਹਦਾ ਜੀਵਨ ਸੀਗਾ। ਉਦੋਂ ਦੇ ਵੱਧ ਬੁਲਾਵਾਂ ਹੁੰਦੀਆਂ ਵੀ ਨਹੀਂ ਹੋਣਗੀਆਂ। ਜੇ ਤੁਸੀਂ ਸੱਚਮੁੱਚ ਹੀ ਰਾਮ ਦੇ ਪੁਜਾਰੀ ਹੋ ਜਾਂ ਦੇਵੀ ਨੂੰ ਪੂਜਦੇ ਹੋ ਜਾਂ ਕ੍ਰਿਸ਼ਨ ਭਗਵਾਨ ਦੇ ਪੁਜਾਰੀ ਹੋ ਤੇ ਆਹ ਗੰਦਮੰਦ ਤਾਂ ਕਮ ਸੇ ਕਮ ਛੱਡੋ। ਪੀਵਾਓ ਸੰਤ ਸਦਾ ਮਤ ਦੁਰਲਭ, ਜਾਂ ਹੇ ਜੋਗੀ ਇਹ ਸ਼ਰਾਬ ਪੀਣੀ ਛੱਡ ਦਿਓ। ਇਹ ਭਾਈ ਸ਼ਾਂਤਚੇਤ ਮਹਾਤਮਾ ਜਨਾਂ ਦੀ ਸੰਗਤ ਦੁਆਰਾ ਐਸੀ ਕਠਿਨਤਾਈ ਨਾਲ ਪ੍ਰਾਪਤ ਹੋਣ ਵਾਲੀ ਬ੍ਰਹਮਾਨੰਦ ਰੂਪ ਸ਼ਰਾਬ ਆਪਣੀ ਬੁੱਧ ਦੇ ਵਿੱਚ ਹਮੇਸ਼ਾ ਪੀਣਾ ਕਰੋ। ਸਹਿਜੇ ਪਿਆਸ ਬੁਝਾਈ, ਜਿਨ੍ਹਾਂ ਨੇ ਪੀਣਾ ਕੀਤੀ ਹੈ ਉਹਨਾਂ ਨੇ ਸੁਭਾਵਕ ਹੀ ਅੰਦਰੋਂ ਵਿਸ਼ਿਆਂ ਦੀ ਤ੍ਰਿਸ਼ਨਾ ਦੀ ਜੋ ਪਿਆਸ ਤ੍ਰੇ ਹੈ ਉਹ ਬੁਝਾ ਲਈ, ਮੇਟ ਲਈ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ।
ਪੈ ਵਿੱਚ ਭਾਉ ਭਏ ਕੋ ਬੂਝੈ। ਪਰਮਾਤਮਾ ਦੇ ਡਰ ਵਿੱਚ ਰਹਿਣ ਵਾਲੇ ਪਰਮਾਤਮਾ ਦਾ ਸੋ ਪ੍ਰੇਮ ਪੈਦਾ ਕਰਦੇ ਨੇ ਆਪਦੇ ਹਿਰਦੇ ਵਿੱਚ। ਕੁਦਰਤੀ ਜਿਹੜਾ ਰੱਬ ਦੇ ਡਰ ਅੰਦਰ ਰਹਿੰਦਾ ਹੈ, ਉਹਦੇ ਡਰ ਅੰਦਰ ਰਹਿਣ ਕਰਕੇ ਨਾਨਕ ਜਿਨ ਮਨ ਭਾਓ ਤੇ ਨਾ ਮਨ ਪਾਓ, ਪਰਮਾਤਮਾ ਦਾ ਪ੍ਰੇਮ ਸੁਤੇ ਸਿੱਧ ਪੈਦਾ ਹੋ ਜਾਂਦਾ ਹੈ। ਪਰ ਕੋ ਬੂਝਾ ਹੈ, ਕੋਈ ਵਿਰਲਾ ਹੀ ਗੁਰਾਂ ਦੇ ਭਾਏ ਆਗਿਆ ਦੇ ਅਨੁਸਾਰ ਪ੍ਰੇਮੀ ਹੋ ਕੇ ਇਸ ਗੱਲ ਨੂੰ ਬੁੱਝਦਾ ਸਮਝਦਾ ਹੈ, ਜਾਂ ਭਾਏ ਪ੍ਰਕਾਸ਼ ਰੂਪ ਨੂੰ ਕੋਈ ਉੱਤਮ ਅਧਿਕਾਰੀ ਹੀ ਬੁੱਝਦਾ ਹੈ। ਹਰ ਰਸ ਪਾਵੈ ਪਾਈ। ਇਹ ਭਾਈ ਉਹੀ ਪੁਰਖ ਹਰੀ ਪਰਮਾਤਮਾ ਦੇ ਰਸ ਆਨੰਦ ਨੂੰ ਪਾਉਂਦਾ ਹੈ। ਚੇਤੇ ਕਟ ਅੰਮ੍ਰਿਤ ਸਭ ਹੀ ਮਹ। ਜਿਤਨੇ ਵੀ ਘੜੇ ਨੇ ਸਾਰਿਆਂ 'ਚ ਹੀ ਅੰਮ੍ਰਿਤ ਹੈ, ਤੁਹਾਡੇ 'ਚ ਵੀ ਮੇਰੇ 'ਚ ਵੀ। ਮਤਲਬ ਅੰਤःਕਰਨ ਰੂਪੀ ਘੜੇ ਨੇ, ਉਹਨਾਂ ਸਾਰਿਆਂ ਦੇ ਵਿੱਚ ਪਰਮਾਤਮਾ ਨੇ ਤਾਂ ਅੰਮ੍ਰਿਤ ਹੀ ਪਾਇਆ ਸੀਗਾ। ਨਾਮ ਅੰਮ੍ਰਿਤ ਬ੍ਰਹਮਾਨੰਦ ਰੂਪ ਅੰਮ੍ਰਿਤ ਰੱਖਿਆ ਹੋਇਆ ਹੈ। ਅਸੀਂ ਮਰ ਪੀ ਪੀ ਸ਼ਰਾਬਾਂ ਦੇ ਬੀੜੀਆਂ ਫੂਕ ਫੂਕ ਕੇ ਧੂਆਂ ਮਾਰ ਮਾਰ ਕੇ ਅੰਦਰ ਕਾਲਾ ਕਰ ਸੁੱਟਿਆ, ਸਾੜ ਸੁੱਟੇ ਫੇਫੜੇ, ਜ਼ਿੰਦਗੀ ਵੀ ਦੁੱਭਰ ਹੋ ਗਈ ਹੈ। ਤੇ ਉਹ ਜਿਹੜੀ ਜਿਆਦੀ ਜ਼ਿੰਦਗੀ ਜਿਉਣੀ ਸੀ ਉਹ ਘਟ ਗਈ ਹੈ ਨਸ਼ੇ ਪੱਤੇ ਵਰਤ ਕਰਕੇ, ਟੀਵੀ ਆਦਿਕ ਜਾਂ ਹੋਰ ਬਿਮਾਰੀਆਂ ਨੇ ਆ ਕੇ ਘੇਰਾ ਪਾ ਲਿਆ। ਰੱਖਿਆ ਤੇ ਘੜੇ 'ਚ ਅੰਮ੍ਰਿਤ ਸੀਗਾ ਮਹਾਰਾਜ ਨੇ। ਭਾਵੈ ਤਿਸੈ ਪੀ ਆਈ। ਪਰ ਜਿਹੜਾ ਪ੍ਰਭੂ ਨੂੰ ਭਾ ਜਾਂਦਾ ਉਸੇ ਨੂੰ ਹੀ ਅੰਮ੍ਰਿਤ ਪਿਲਾਉਣਾ ਕਰਦਾ ਹੈ। ਨਗਰੀ ਏਕੈ ਨੌ ਦਰਵਾਜੇ। ਇਹ ਦੇਹ ਰੂਪ ਇੱਕ ਨਗਰੀ ਹੈ ਔਰ ਇਸ ਦੇ 9 ਗੋਲਕਾਂ ਰੂਪ 9 ਦਰਵਾਜੇ ਹਨ। ਤਾਵਤ ਵਰਜ ਰਹਾਈ। ਇਸ ਵਿੱਚ ਬਾਹਰ ਮੁਖ ਦੌੜਦੇ ਹੋਏ ਮਨ ਨੂੰ ਰੋਕ ਕੇ ਰੱਖਣਾ ਕਰੋ। ਤ੍ਰਿਕੁਟੀ ਛੁਟੈ ਦਸਵਾਂ ਦਰ ਖੁੱਲੈ। ਜਦੋਂ ਗਿਆਤਾ ਗਿਆਨਗੇ ਧਿਆਤਾ ਧਿਆਨ ਦੇ ਕਰਤਾ ਕਰਮ ਕਿਰਿਆ ਰੂਪ ਤ੍ਰਿਕੁਟੀ ਛੁੱਟ ਜਾਂਦੀ ਹੈ, ਤਦੋਂ 10ਵਾਂ ਦਵਾਰ ਖੁੱਲ ਜਾਂਦਾ ਹੈ। ਇਸੇ ਪ੍ਰਕਾਰ ਤ੍ਰਿਕੁਟੀ ਛੁਟੈ ਦਸਵਾਂ ਦਰ ਖੁੱਲੈ। 10ਵਾਂ ਜੋ ਚੇਤਨ ਸਰੂਪ ਹੈ ਉਸ ਦਾ ਪ੍ਰੋ ਗਿਆਨ ਰੂਪ ਦਰ ਖੁੱਲ ਜਾਂਦਾ ਹੈ। ਤਾਂ ਮਨ ਖੀਵਾ ਪਾਈ। ਤੇ ਗਿਆਤਾ ਗਿਆਨ ਗੇ ਧਿਆਤਾ ਧਿਆਨ ਤੇ ਕਰਤਾ ਕਰਮ ਕਰੇ ਦੀ ਤ੍ਰਿਕੁਟੀ ਛੁੱਟ ਜਾਂਦੀ ਹੈ। ਤਾਂ ਮਨ ਖੀਵਾ ਪਾਈ। ਖੀਵਾ ਕਹਿੰਦੇ ਨੇ ਸ਼ਰਾਬੀ ਨੂੰ, ਜਿਹੜਾ ਝੂਲਦਾ ਮਸਤੀ ਮਾਰਦਾ, ਤਦੋਂ ਇਹ ਮਨ ਆਨੰਦ ਵਿੱਚ ਮਸਤ ਹੋ ਜਾਂਦਾ। ਜਿਸ ਤਰ੍ਹਾਂ ਸ਼ਰਾਬੀ ਮਸਤੀ ਮਾਰਦਾ ਹੈ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਅਭੈ ਪਦ ਪੂਰ ਤਾਪ ਤਹ ਨਾਸੇ। ਜਿਸ ਨੂੰ ਭੈ ਰਹਿਤ ਪਦਵੀ ਦੀ ਪੂਰਨ ਪ੍ਰਾਪਤੀ ਹੋਈ ਹੈ, ਉਸ ਦੀ ਆਦਿ ਵਿਆਦੀ ਆਦਿਕ ਤਾਪ ਨਸ ਗਏ ਨੇ। ਕਹਿ ਕਬੀਰ ਵਿਚਾਰੀ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਕਿ ਅਸੀਂ ਇਹ ਗੱਲ ਵਿਚਾਰ ਕੇ ਕਹੀ ਹੈ। ਉਬੜ ਚਲੰਤੇ ਹੋ ਮਦ ਪਾਇਆ। ਇਹ ਜੋਗੀ ਜਦੋਂ ਪ੍ਰਾਣ ਉਲਟੇ ਹੋ ਕੇ 10ਵੇਂ ਦਵਾਰ ਦੀ ਤਰਫ ਚੱਲੇ, ਤਦੋਂ ਇਹ ਜੋਗਾਨੰਦ ਰੂਪ ਸ਼ਰਾਬ ਨੂੰ ਪਾਉਣਾ ਕੀਤਾ ਹੈ। ਜੈਸੇ ਖੋਦ ਖੁਮਾਰੀ। ਤਦੋਂ ਐਸੀ ਮਸਤੀ ਚੜੀ ਜਿਸ ਪ੍ਰਕਾਰ ਸ਼ਰਾਬੀ ਆਦਮੀ ਨੂੰ ਸ਼ਰਾਬ ਦੇ ਪਿਆਲੇ ਦੀ ਮਸਤੀ ਚੜ੍ਹਦੀ ਹੈ, ਇਸੇ ਪ੍ਰਕਾਰ ਉਬੜ ਚਲੰਤੇ ਹੋ ਮਦ ਪਾਇਆ। ਜਦੋਂ ਸੰਸਾਰ ਰੂਪ ਜਾੜ ਵੱਲੋਂ ਹਰੀ ਦੀ ਤਰਫ ਚੱਲੇ, ਤਦੋਂ ਬ੍ਰਹਮਾਨੰਦ ਰੂਪ ਸ਼ਰਾਬ ਨੂੰ ਪਾਉਣਾ ਕੀਤਾ। ਤੇ ਐਸੀ ਤਦੋਂ ਮਸਤੀ ਚੜੀ ਜਿਵੇਂ ਕਿਸੇ ਆਦਮੀ ਨੂੰ ਜੈਸੇ ਖੋਦ ਖੁਮਾਰੀ। ਧਰਤੀ ਖੋਦਦੀਆਂ ਹੇਠੋਂ ਧਨ ਆਦਿਕ ਜਾਂ ਖਜ਼ਾਨਾ ਲੱਭਣ ਨਾਲ ਮਸਤੀ ਚੜ੍ਹਦੀ ਹੈ। ਇਉਂ ਜਗਿਆਸੂ ਜਨਾਂ ਨੂੰ ਗੁਰਾਂ ਦੀ ਕਿਰਪਾ ਦੁਆਰਾ ਨਾਮ ਜਪ ਕੇ ਬੁੱਧ ਰੂਪ ਧਰਤੀ ਅੰਦਰੋਂ
शुभ गुणा रूप खजाना प्राप्त होने करके मस्ती चढ़ जाती है। काम क्रोध तृष्णा के लीने इसे हंकारी पुरुष दे ताई उपदेश बख्शिश करते हैं। काम विकार दृष्टि ते क्रोध गुस्सा ਅਤੇ ਤ੍ਰਿਸ਼ਨਾ ਦੇ ਵਿੱਚ ਲੀਨ ਹੋਏ ਪੁਰਖਾਂ ਨੇ ਗਤ ਨਹੀਂ ਏਕੈ ਜਾਨੀ ਇੱਕ ਪਰਮਾਤਮਾ ਦੀ ਪ੍ਰਾਪਤੀ ਨਹੀਂ ਜਾਣਨਾ ਕੀਤੀ। ਫੂਟੀ ਆਖੈ ਕਛੂ ਨ ਸੂਝੈ ਉਹਨਾਂ ਦੀਆਂ ਵਿਚਾਰ ਰੂਪ ਅੱਖਾਂ ਜਾਂ ਸ਼ਰਧਾ ਰੂਪ ਅੱਖਾਂ ਫਟੀਆਂ ਹੋਈਆਂ ਤੋਂ ਅੰਨੇ ਹੋ ਜਾਣ ਕਾਰਨ ਪਰਮਾਰਥ ਦਾ ਰਸਤਾ ਕੁਝ ਵੀ ਨਹੀਂ ਸੁਝਦਾ, ਕੁਝ ਨਹੀਂ ਦਿਖਦਾ। ਬੂੜ ਮੋਏ ਬਿਨ ਪਾਣੀ ਉਹ ਤਾਂ ਪ੍ਰਤੱਖ ਜਲ ਤੋਂ ਬਿਨਾਂ ਵਿਸ਼ਿਆਂ ਪਦਾਰਥਾਂ ਨੂੰ ਪਾਣੀ 'ਚ ਡੁੱਬ ਕੇ ਹੀ ਮਰ ਰਹੇ ਹਨ। ਚਲਤ ਕਤ ਟੇਢੇ 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 ਇਹ ਭਾਈ ਤੁਸੀਂ ਕਿਸ ਵਾਸਤੇ ਵਿੰਗੇ ਮਨ ਵਾਲੇ ਹੋ ਕੇ ਛਲ ਦੇ ਸਹਿ ਟੇਢਤਾਈ ਵਾਲੇ ਰਸਤੇ ਵੱਲ ਚੱਲਦੇ ਹੋ। ਇਸੇ ਪ੍ਰਕਾਰ ਚਲਤ ਕਤ ਟੇਢੇ 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 ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਤੁਸੀਂ ਟੇਢੇ ਕਾਹਤੋਂ ਚੱਲਦੇ ਹੋ? ਸਿੱਧੇ ਹੋ ਕੇ ਗੁਰਦੁਆਰੇ ਕਿਉਂ ਨਹੀਂ ਆਉਂਦੇ? ਜਾਂ ਟੇਢੇ ਮਨ ਵਾਲੇ ਪੁਰਖਾ ਤੂੰ ਕਿਸ ਵਾਸਤੇ ਟੇਢੇ ਛਲ ਦੇ ਸਹਿਤ ਸੰਗਤ ਤੋਂ ਉਲਟ ਕੇ ਟੇਢਤਾਈ ਵਾਲੀ ਕੋ ਸੰਗਤ ਵੱਲ ਚੱਲਦਾ ਪਿਆ ਹੈ। ਟੇਢੀ ਭਾਗ ਸਾਡਾ ਇੱਕ ਪੀਟੀ ਮਾਸਟਰ ਹੁੰਦਾ ਸੀਗਾ, ਪੀਟੀ ਮਾਸਟਰ। ਉਹਨੇ ਫੜ ਲੈਣਾ ਮੋਟਾ ਡੰਡਾ ਸਵੇਰੇ ਪ੍ਰੇਰ ਦੇ ਵਿੱਚ ਕਹਿਣਾ ਇੱਧਰ ਆ ਜਾਓ, ਜਿੰਨਾ ਟੇਢੀਆਂ ਪੱਗਾਂ ਬੰਨੀਆਂ ਨੇ ਇੱਧਰ ਆ ਜਾਓ। ਵਰਦੀ ਤਾਂ ਸਾਡੀ ਸੀ ਸਰਕਾਰੀ ਸਕੂਲ ਦੀ ਨਾਭੀ ਪੱਗਾਂ ਵਾਲੀ, ਖਾਕੀ ਯੂਨੀਫਾਰਮ ਤੇ ਪੱਗ ਨਾਭੀ। ਤੇ ਕਈਆਂ ਨੇ ਬਲੈਕੀ ਆਵਾਂ ਕਹਿੰਦੇ ਤੁਸੀਂ ਬਲੈਕੀ ਹੋ ਕਿ ਸਟੂਡੈਂਟ ਹੋ? ਮਾਰ ਮਾਰ ਡੰਡੇ ਉਹਨਾਂ ਦਾ ਮੜ ਪੋਲਾ ਕਰ ਸੁੱਟਣਾ, ਕਹਿਣਾ ਲਾਓ ਪੱਗਾਂ ਤੇ ਹੁਣੇ ਬੰਨੋ। ਬੜੇ ਮੁੰਡੇ ਸੁਧਾਰੇ ਤੇ ਆਖਿਆ ਵੀ ਪੀਲੀਆਂ ਪੱਗਾਂ ਬੰਨ ਕੇ ਆਉਣੀਆਂ ਨੇ। ਸਾਰੇ ਸਕੂਲ ਦੀਆਂ ਖੱਟੀਆਂ ਪੱਗਾਂ ਕਰਾਤੀਆਂ। ਬਾਅਦ 'ਚ ਉਹਨੇ ਆਪ ਹੀ ਅੰਮ੍ਰਿਤ ਛਕ ਲਿਆ। ਟੇਢੀ ਪੱਗ ਬੰਨਣੀ ਇੱਕ ਸ਼ਰਾਰਤੀ ਅਨਸਰ ਦੀ ਨਿਸ਼ਾਨੀ ਹੈ। ਬੰਦਾ 100 ਦੇ ਵਿੱਚੋਂ 90% ਆਪਦੇ ਲਿਬਾਸ ਤੋਂ ਪਹਿਚਾਣਿਆ ਜਾਂਦਾ ਹੈ ਵੀ ਇਹ ਭਲਾ ਮਾਨਸ ਹੋਊਗਾ ਕਿ ਸ਼ਰਾਰਤੀ ਹੋਊਗਾ। ਉਹ ਮੁੰਡਿਆਂ ਨੇ ਅੱਜ ਕੱਲ੍ਹ ਮੈਨੂੰ ਮਾਫ਼ ਕਰਨਾ ਬੋਦੇ ਜੇ ਕੱਢੇ ਹੁੰਦੇ ਨੇ ਤਾਂ ਨੂੰ ਕਬੂਤਰਾਂ ਦੇ ਵਾਂਗ ਤੇ ਮੁਰਕੀਆਂ ਜੀਆਂ ਦੇ ਛਾਪਾਂ ਛੱਲੇ ਜੇ ਪਾਏ ਹੁੰਦੇ ਨੇ ਤੇ ਉਹ ਟੈਟੂ ਮਾਂ ਵਾਲੇ ਲਵਾਏ ਹੋਣਗੇ। ਕਦੇ ਨੌਕਰੀ ਤੇ ਨਹੀਂ ਬੰਦਾ ਲੱਗ ਸਕਦਾ, ਕਦੇ ਮੈਡੀਕਲ ਨਹੀਂ ਕਰਾ ਸਕਦਾ। ਸਰਕਾਰੀ ਕੰਮਾਂ ਦੇ ਵਿੱਚ ਉਹ ਵਿਵਰਜਿਤ ਨੇ ਕਾਨੂੰਨ ਦੇ ਮੁਤਾਬਕ। ਤੋ ਇਸ ਤਰ੍ਹਾਂ 10% ਜਿੱਦਾਂ ਇਨਸਾਨ ਬੋਲਦਾ ਤਾਂ ਪਤਾ ਚੱਲਦਾ ਵੀ ਇਹਦਾ ਸੁਭਾਅ ਕੈਸਾ ਹੈ। ਕਮ ਸੇ ਕਮ ਲਿਬਾਸ ਤਾਂ ਸੁਚੱਜਾ ਹੋਣਾ ਚਾਹੀਦਾ ਸਾਡਾ। ਉਹ ਤੂੰ ਬਣਿਆ ਜੋਗੀ ਹੈ, ਗੁਰਮੁਖ ਅਖਵਾਉਣਾ ਹੈ। ਪੱਗ ਤੋਂ ਟੇਢੀ ਬੰਨੀ ਹੋਈ ਹੈ, ਪੱਗ ਤਾਂ ਸਿੱਧੀ ਹੋਣੀ ਚਾਹੀਦੀ ਹੈ। ਗੁਰੂ ਘਰ ਦਾ ਤਾਂ ਗੋਲ ਧਮਾਲਾ ਸਾਹਿਬ ਹੈ। ਜੇ ਦਸਤਾਰ ਵੀ ਹੈ ਤਾਂ ਸੋਹਣੀ ਬੜੀ ਸਜਾ ਕੇ ਸੁੰਦਰ ਬਣਨੀ ਚਾਹੀਦੀ ਹੈ। ਟੇਢੀ ਪੱਗ ਟੇਢੇ ਚੱਲੇ, ਪੱਗ ਵੀ ਟੇਢੀ ਤੇ ਚਾਲ ਵੀ ਟੇਢੀ। ਲਾਗੇ ਵੀਰੇ ਖਾਂ ਆ 35 ਮੈਂ ਡੇਲੀ ਜਾਣਾ ਕਰੀਬ ਸਕੂਲ ਦੇ ਵਿੱਚ। ਉੱਥੇ ਵੀ ਟੀਚਰ ਹੈ, ਖਾਸ ਕਰਕੇ ਆ ਜਿਹੜੇ ਪ੍ਰੇਅਰ ਕਰਾਉਣ ਵਾਲੇ ਹੁੰਦੇ ਨੇ ਉਹ ਡੰਡਾ ਖੜਕਾਉਂਦੇ। ਮੁੰਡੇ ਕੀ ਕਰਦੇ ਨੇ, ਟੋਪੀਆਂ ਜੀਆਂ ਪਾਈਆਂ ਉਹ ਵੀ ਸਿੱਧੀਆਂ ਨਹੀਂ, ਉਹਦਾ ਕੰਨ ਜਿਹਾ ਮਗਰ ਨੂੰ ਕੱਢਣਾ। ਮਤਲਬ ਕੁਝ ਨਾ ਕੁਝ ਸਪੈਸ਼ਲ ਬਣਾਉਣਾ ਵੀ ਟਾਰਗੇਟ ਬਣੀਏ ਲੋਕ ਸਾਡੇ ਵੱਲ ਵੇਖਣ। ਉਹਨਾਂ ਤੇ ਵੀ ਡੰਡਾ ਘੁੰਮਦਾ ਵੀ ਇਹ ਜਿਹੜੀ ਟੋਪੀ ਜੀ ਇਹ ਸਿੱਧੀ ਨਹੀਂ ਹੁੰਦੀ। ਇਹਦਾ ਮਤਲਬ ਕੀ ਹੋਇਆ? ਆਪਦੀ ਯੂਨੀਫਾਰਮ ਜਾਓ। ਉਹ ਇੱਕ ਵਾਰ ਮੈਂ ਵੇਖਿਆ ਗੁਰੂ ਗੋਬਿੰਦ ਸਿੰਘ ਸਕੂਲ ਵਾਲੇ ਟੀਚਰ ਅੱਗੇ ਆਪਣਾ ਪਿੱਛੇ ਪਿੱਛੇ ਤੇ ਸਟੂਡੈਂਟ ਅੱਗੇ ਅੱਗੇ ਪਾਰਕ ਦੇ ਵਿੱਚ ਦੇ ਜਿਉਂ ਦੌੜ ਲਵਾਈ। ਤੇ ਇਸ ਵਾਸਤੇ ਕਾਬੂ ਨਹੀਂ ਆਉਂਦੀ ਦੁਨੀਆ।
ਜਿਹੜਾ ਧਾਰਮਿਕ ਲਿਬਾਸ ਹੈ ਬਿਲਕੁਲ ਸਾਫ ਸੁਥਰਾ ਸਿੱਧਾ ਸਾਦਾ ਹੈ। ਸ਼ਰਾਰਤੀ ਬੰਦਾ, ਪੱਗ ਵੀ ਟੇਢੀ, ਟੋਪੀ ਵੀ ਟੇਢੀ, ਤੇ ਸਭ ਕੁਛ ਹੀ ਆਪਦਾ ਟੇਢਾ ਤੇ ਮਨ ਵੀ ਵਿੰਗਾ। ਸਿੱਧੇ ਰਸਤੇ ਨਹੀਂ, ਪੁੱਠਾ ਕੰਮ ਕਰਨਾ, ਉਲਟਾ ਕੰਧਾਂ ਕੋਲੇ ਟੱਪ ਕੇ ਸਕੂਲ 'ਚ ਜਾਣਾ। ਇਹ ਨਹੀਂ ਬੰਦਾ ਟਾਈਮ ਸਿਰ ਸਹੀ ਰਸਤੇ ਜਾਏ। ਹਰੇਕ ਕੰਮ ਟੇਢਾ ਹੈ। ਟੇਢੀ ਪਾਗ, ਟੇਢੇ ਚੱਲੇ, ਲਾਗੇ ਵੀਰੇ ਖਾਣ, ਬੀੜੀਆਂ ਸਿਗਰਟਾਂ, ਖਾਣਾ ਪੀਣਾ, ਨਸ਼ੇ ਪੱਤੇ ਵਾਲਾ। ਪਾਓ ਭਗਤ ਸਿਉ ਕਾਜ ਨਾ ਕਛੂ ਹੈ। ਪ੍ਰੇਮਾ ਭਗਤੀ ਨਾਲ ਤਾਂ ਸਾਡਾ ਕੰਮ ਹੀ ਕੋਈ ਨਹੀਂ, दूर का भी वास्ता नहीं। मेरो काम दीवान, मेरा काम की है कि कचहरियों में जाके झूठे सिग्नेचर करके, झूठे बंदे की गवाही दे के, उन्हों के कोलों पैसे लैके, जिन्हें घट दिते लै उन्होंने भी लैने। काम फिर भी नहीं करना, जां तो बंदा ले ही ना भी तेरे को नहीं लैने। मतलब जिन्हें 2 रुपये भी वध देते, इन्ना मन लालची, वह काम कर देना, दूजे नूं झूठा बना देना। इस तरह का साडा काम है। छल दे सहित सो संगत तों उल्ट के टेढ़ ताई वाली को संगत वल मन चलदा पिया है। अष्ट चरम बिष्टा के मुंदे, इस शरीर का तुसीं अपमान पे करदे हो, वो है कि असल च हड्डियां दी मुठ, चाम लपेटे हाड़। कबीर गर्व न कीजिए, चाम लपेटे हाड़, चमड़े च हड्डियां लपेटियां हुई ने। होर की है वर उपर छत्र तर, जो है घोड़ियां दे उपर ते छत्रां दी छां हेठ सन, ते फुण धरती काट, वो भी फड़ के धरती च लोकां गड्ड सुट्टे। दुनिया नहीं किसी नूं बख्शदी। मरिया तो बाद या तो कढ़णगे, वो भी मिट्टी है, या फड़ के फूक देंगे, वो भी सुवाह है। किसी ना भली नहीं गुजारती दुनिया। हड्डियां ते चमड़ी ते गंदगी दे नाल भरे टके हुए हन जीव। की तुसीं इन्हां शरीरां दा मान अहंकार करदे हो? दुर्गंध ही के बेटे, बदबू दे नाल लपेटे हुए हन जिन्ने भी शरीर ने। अखां चों गिड्ड वग रही है, कन्नां दे विच मैल फसी हुई है, नक दे विच गंदगी है, सारा शरीर है। बस उन्ना के चेहरा जिन्ना चिर पखे थले बैठे रहो, माड़ा जिहा मेहनत मारो, मुड़को मुड़की बंदा मर दी हजूरी चौन जोगा नहीं रहिंदा जिन्ना चिर इशनान न करे। मुड़का आ गया दे कपड़ियां चों शरीर चों बदबू आन लग पाएगी, इसलिए ये है ही बदबू मारिया होया। इसी तरह आस्त चरम विष्टा के मुंदे, हड्डियां विष्टा दुर्गंधी दे नाल भरे हुए हन शरीर। दुर्गंध ही के बेढ़े, चमड़ी दे नाल लपेटे मड़े हुए हन। विश्राम दे के फरमान करदे ने। कहने का मतलब ये है कि नरू मरे नर काम ना आवे। बंदा मरदा किसी काम नहीं आउंदा। पशु मरे 10 काज सवारे। डंगर मरदा तो 10 काम मतलब 100 काम सवारदा। ओदियां हड्डियां भी पीस के दवाइयां विच पाईयां जांदियां, अते कई उन्हां तो इंस्ट्रूमेंट बनते हैं। आ हरन दे सिंगां दी सिंगी जोगी वजाउंदे ने, होर कई चीज़ां बनदियां ने। इस तरह जिहड़ा चमड़ा है ओदियां जुत्तियां पहनियां जांदियां ने। जिहड़ा मास है वो पंछियां दे काम आउंदा है। नरू मरे नर काम ना आवे, पर बंदा मरदा किसी काम नहीं। पशु मरे 10 काज सवारे। अपने कर्म की गत मैं क्या जानू, मैं क्या जानू बाबा रे रहाओ। हाड़ जले जैसे लकड़ी का तोला। मरे तो बाद मड़ी दे विच हड्ड इस तरह सड़दे जिवें लकड़ दा गट्ठा होवे, लकड़ दा डंडा होवे। केस जले जैसे घास का पूला। केस इस तरह जलते जिस तरह घाह दियां तड़ां चिरड़ चिरड़ कर दियां। हाड़ जले जैसे लकड़ी का तूला, केस जले जैसे घास का पूला। कहो कबीर तब ही नर जागे, जम का डंड मूड में लागे। कबीर जी कहते बंदा
ਇੰਨਾ ਉਪਦੇਸ਼ ਹੋ ਰਿਹਾ ਹੈ, ਕਥਾ ਕੀਰਤਨ ਗੁਰੂ ਸਾਹਿਬ ਦੀ ਬਾਣੀ ਦੇ ਅਖੰਡ ਪਾਠ ਸਾਹਿਬ ਪਾਠ ਨਹੀਂ ਬੰਦਾ ਜਾਗਦਾ। ਉਦੋਂ ਜਾਗੂਗਾ ਜਦੋਂ ਜਮਾਂ ਦਾ ਡੰਡਾ ਠਾਹ ਕਰਕੇ ਸਿਰ 'ਚ ਵੱਜੇ। ਲੋਕਾਂ ਨੇ ਇੱਕ ਕਹਾਵਤ ਬਣਾਈ ਹੈ ਕਿ ਗੋਰੇ 100 ਸਾਲ ਬਾਅਦ ਦਾ ਸੋਚਦੇ ਨੇ ਕਿ ਅੱਜ ਤੋਂ 100 ਸਾਲ ਬਾਅਦ ਕੀ ਹੋਣਾ, ਪਹਿਲਾਂ ਪ੍ਰਬੰਧ ਕਰ ਲੈਂਦੇ। ਜਿਹੜੇ ਹਿੰਦੂ ਨੇ 50 ਸਾਲ ਬਾਅਦ ਦਾ ਸੋਚਦੇ ਨੇ, ਤੇ ਸਾਡੇ ਵਰਗੇ ਪੰਜਾਬੀ ਜਿਹਨੂੰ ਸਿੰਘ ਕਹਿੰਦੇ ਨਿਹੰਗ, ਜਦੋਂ ਸਿਰ 'ਚ ਡੰਡਾ ਵੱਜੇ ਨਾ, ਪਤਾ ਵੀ ਛੱਤ 'ਚੋਂ ਇੱਟ ਡਿੱਗ ਕੇ ਹੁਣ ਤਾਂ ਥਾਲੀ 'ਚ ਵੱਜੀ ਹੈ, ਤੇ ਜੇ ਸਿਰ 'ਚ ਵੱਜ ਜਾਂਦੀ ਫਿਰ ਕੀ ਬਣਦਾ। ਉਦੋਂ ਪਤਾ ਲੱਗਦਾ ਵੀ ਚੋਣ ਲੱਗੀ ਹੈ, ਇਹ ਤਾਂ ਡਿੱਗ ਪਊਗੀ, ਇਹਨੂੰ ਦੇੜੋ ਬਾਲੇ ਬੋਲੇ ਲਾਓ। ਉਸ ਤਰ੍ਹਾਂ ਸਮਝ ਨਹੀਂ ਆਉਂਦੀ ਹੈ, ਜਦੋਂ ਸਿਰ 'ਤੇ ਪਏ ਉਦੋਂ ਸਮਝਦੇ ਨੇ। ਇਸ ਵਾਸਤੇ ਕਬੀਰ ਸਾਹਿਬ ਜੀ ਫਰਮਾਉਂਦੇ ਹਨ, ਰਾਮ ਨ ਜਪਹੁ ਕਵਨ ਭ੍ਰਮ ਭੂਲੇ। ਇਹ ਭਲਿਓ ਮਾਨਸੋ, ਰੱਬ ਨੇ ਤੁਹਾਨੂੰ ਬੰਦੇ ਬਣਾਇਆ ਹੈ, ਤੁਸੀਂ ਬੰਦੇ ਬਣ ਕੇ ਵੀ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ। ਜਿਹੜੇ ਡੰਗਰ ਨੇ ਉਹ ਤਾਂ ਭਲਾ ਧਰਮ ਦਾ ਕੰਮ ਕਰ ਹੀ ਨਹੀਂ ਸਕਦੇ, ਫਿਰ ਵੇਖੋ ਕਿੰਨੀ ਸੇਵਾ ਕਰਦੇ ਨੇ, ਗੁਰੂ ਕੇ ਲੰਗਰਾਂ ਵਿੱਚ ਦੁੱਧ ਭੇਜਦੇ ਨੇ, ਪਰ ਉਹ ਸੰਗਤ ਨਹੀਂ ਕਰ ਸਕਦੇ, ਤੇ ਚਾਹ ਕੇ ਵੀ ਅੰਮ੍ਰਿਤ ਨਹੀਂ ਛਕ ਸਕਦੇ। ਇਸ ਵਾਸਤੇ ਬੰਦਿਆਂ ਨੂੰ ਹੀ ਉਪਦੇਸ਼ ਹੈ ਜਿੰਨੇ ਗ੍ਰੰਥਾਂ ਦਾ, ਗੁਰੂਆਂ ਪੀਰਾਂ ਦਾ। ਤੁਸੀਂ ਹੁਣ ਤਾਂ ਮਨੁੱਖਾ ਜਨਮ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਜਪਣਾ ਨਹੀਂ ਕਰਦੇ, ਤੁਸੀਂ ਕੁਸੰਗਤ ਦੇ ਕਾਰਨ ਕਿਹੜੇ ਪਰਮ ਵਿੱਚ ਭੁੱਲੇ ਹੋਏ ਹੋ। ਤੁਮ ਤੇ ਕਾਲ ਨਾ ਦੂਰੇ, ਪਰ ਤੁਹਾਡੇ ਤੋਂ ਮੌਤ ਦੂਰ ਨਹੀਂ ਹੈ, ਭਾਵ ਤੁਹਾਡੇ ਸਿਰ ਉੱਪਰ ਮੰਡਰਾ ਰਹੀ ਹੈ। ਹਰ ਜੀਓ ਕਾਲ ਸਦਾ ਸਿਰ ਉੱਪਰ ਠੰਡ, ਜਨਮ ਜਨਮ ਹੈ ਰਾਈ। ਇੱਕ ਮੈਂ ਜ਼ਰੂਰੀ ਬੇਨਤੀ ਕਰਾਂ, ਤੁਸੀਂ ਸਾਰੇ ਗੁਰੂ ਜੀ ਦਾ ਰੂਪ ਹੋ। ਤੁਸੀਂ ਇਹ ਨਾ ਸਮਝਣਾ ਵੀ ਮੈਂ ਤੁਹਾਨੂੰ ਕਹਿ ਰਿਹਾ, ਮਤਲਬ ਮੈਂ ਤਾਂ ਕਹਿ ਹੀ ਨਹੀਂ ਰਿਹਾ, ਇਹ ਤਾਂ ਕਬੀਰ ਸਾਹਿਬ ਜੀ ਦਾ ਉਪਦੇਸ਼ ਹੈ ਤੇ ਤੁਹਾਨੂੰ ਨਹੀਂ ਕਹਿ ਰਹੇ। ਤੁਸੀਂ ਤਾਂ ਸਾਰੇ ਗੁਰਮੁਖ ਅੰਮ੍ਰਿਤਧਾਰੀ ਗੁਰਦੁਆਰੇ ਬੈਠੇ ਹੋਏ ਹੋ। ਇਹ ਜਿਹੜਾ ਉਪਦੇਸ਼ ਹੈ ਸਭ ਦੁਨੀਆ ਵਾਸਤੇ ਹੈ, ਸਰਬ ਸਾਂਝਾ ਹੈ। ਜਿਹੜਾ ਭਲੇ ਪਾਸੇ ਦਾ ਕਾਰਜ ਨਹੀਂ ਕਰਦਾ, ਚੰਗੇ ਪਾਸੇ ਨਹੀਂ ਲੱਗਾ। ਜਿੰਨੇ ਗੁਰਦੁਆਰੇ ਆਉਂਦੇ ਨੇ ਉਹ ਸਾਰੇ, ਜੇ 100% ਨਹੀਂ ਤਾਂ 90% ਤਾਂ ਪ੍ਰੇਮ ਹੁੰਦਾ, ਤਾਂ ਹੀ ਬੰਦਾ ਚੱਲ ਕੇ ਘਰੋਂ ਆਉਂਦਾ, ਭਾਵੇਂ ਉਹਨੇ ਅੰਮ੍ਰਿਤ ਛਕਿਆ ਜਾਂ ਨਹੀਂ ਛਕਿਆ। ਪ੍ਰੇਮ ਤੋਂ ਬਗੈਰ ਤਾਂ ਇੱਕ ਕਦਮ ਵੀ ਨਹੀਂ ਚੱਲਿਆ ਜਾਂਦਾ। ਕਿਸੇ ਨਾਲ 2 ਮਿੰਟ ਆਪਾਂ ਫੋਨ ਤੇ ਵੀ ਗੱਲ ਨਹੀਂ ਕਰ ਸਕਦੇ, ਇੰਨਾ ਚਿਰ ਬਹਿਣਾ ਇਹ ਕੋਈ ਸੌਖਾ ਕੰਮ ਨਹੀਂ ਹੈ। ਇਸ ਵਾਸਤੇ ਇਹ ਸਾਰਿਆਂ ਨੂੰ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ 4 ਵਰਨਾਂ ਕੋ ਸਾਂਝਾ, ਸਭਨਾਂ ਨੂੰ ਸਾਂਝਾ ਉਪਦੇਸ਼ ਹੈ। ਜਿਹੜਾ ਮੰਨ ਲਏ ਉਸ ਦਾ ਭਲਾ ਹੈ। ਅਨਕ ਜਤਨ ਕਰੇ ਹੋ ਤਨ ਰੱਖੋ, ਅਨੇਕਾਂ ਯਤਨ ਪਾ ਕਰਕੇ ਸਰੀਰ ਨੂੰ ਬਚਾ ਕੇ ਰੱਖਦੇ ਹੋ। ਕੁਸ਼ਤੇ ਮਾਰ ਮਾਰ ਖਾਂਦੇ ਹੋ, ਖੁਰਾਕਾਂ ਖਾਂਦੇ ਹੋ। ਰਹਿ ਅਵਸਥਾ ਪੂਰੇ, ਪਰ ਇਹ ਉਮਰ ਪੂਰੀ ਹੋਣ ਤੱਕ ਹੀ ਰਹੇਗਾ, ਭਾਵ ਇਹ ਜਦ ਪੂਰੀ ਹੋ ਗਈ ਇਹਦੇ ਤੋਂ ਬਾਅਦ ਇੱਕ ਖਿਨ ਮਾਤਰ ਵੀ ਇਸਨੇ ਨਹੀਂ ਰਹਿਣਾ। ngਣ ਕਾਲੇ ਸਭ ਦਿਵਸ ਸਾਸ, ਨੇ ਵੱਢਣ ਘਟਣ ਦਿਲਸਾਰ। ਜੀਵਨ ਲੋ ਰਹਿ ਭਰਮ ਮੋਹ, ਨਾਨਕ ਤਿਉ ਗਵਾਰ। ਮੁੜ ਕੇ ਸਵਾਸ ਪੂਰੇ ਹੋ ਗਏ, ਫਿਰ ਨਹੀਂ ਰਹਿ ਸਕਦਾ। ਆਪਨ ਕੀਆ ਕਛੁ ਨ ਹੋਵੈ, ਇਹ ਭਾਈ ਆਪਣਾ ਕੀਤਾ ਹੋਇਆ ਕੁਝ ਵੀ ਯਤਨ ਨਹੀਂ ਹੋ ਸਕਦਾ। ਕਿਆ ਕੋ ਕਰੈ ਪਰਾਨੀ, ਫਿਰ ਕੋਈ ਜੀ ਭਲਾ ਕੀ ਕਰ ਸਕਦਾ, ਕੁਝ ਵੀ ਨਹੀਂ ਕਰ ਸਕਦਾ ਹੈ। ਜਾਂ ਤਿਸ ਪਾਵੈ ਸਤਿਗੁਰ ਭੇਟੈ, ਜਦ ਤਿਸ ਪ੍ਰਭੂ ਨੂੰ ਜੀਵ ਦੇ ਨਿਸ਼ਕਾਮ ਕਰਮ ਪਾਉਂਦੇ ਨੇ, ਤਦੋਂ ਹੀ ਜੀਵ ਦੇ ਤਾਈਂ ਸੱਚਾ ਗੁਰੂ ਮਿਲਦਾ ਹੈ। ਏਕੋ ਨਾਮ ਬਖਾਨੀ, ਫਿਰ ਗੁਰਾਂ ਦੁਆਰਾ ਉਹ ਜੀਵ ਹੋਰ ਸਾਰੇ ਆਸਰੇ ਛੱਡ ਕੇ ਇੱਕ ਪਰਮਾਤਮਾ ਦੇ ਨਾਮ ਨੂੰ ਹੀ ਉਚਾਰਨਾ ਕਰਦਾ ਹੈ। ਬਲੂਆ ਕੇ ਘਰੂਆ ਮਹਿ ਬਸਤੇ, ਇਹ ਭਾਈ ਤੁਸੀਂ 5 ਤੱਤਾਂ ਰੂਪ ਬਲੂਆ ਨਾਮ ਹੈ ਰੇਤੇ ਦੇ, ਘਰੂਆ ਘਰ ਵਿੱਚ ਕਾਲ ਰੂਪ ਨਦੀ ਦੇ ਕਿਨਾਰੇ ਵਸਦੇ ਪਏ ਹੋ। ਫੁੱਲਵਤਾ ਦੇਹ ਆਨੇ,
हो के इस दे शरीर अंदर फुलवत हंकार नाल आपरे फिरदे हो, या हे अज्ञानी जीवो तुसी इस देही विच दीवे दे फुल गुल वांग कालस दे नाल भरे पए हो। काहो कबीरा जिह राम ना चेत्यो। भगत कबीर साहब जी कथन करते ने कि जिन्हां पुरखा ने परमात्मा दे नाम नूं चेते नहीं कीता। बूढ़े बहुत सियाने। साडे वर्गियां दी तां गल ही कोई नहीं, बड़े बड़े सियाने। आ रावण किड्डा सियाना सीगा, कथावाचक पंडित दा मुंडा सीगा, 4 वेद जबानी याद सीगे। अज तां पंक्ति घरों याद करके इत्थे बोलन लग्या भुल जांदी है। अखां अगे हनेरा आ जांदा, गां राह ही नहीं बाणी दिंदी। सो महाराज की कृपा होवे तां अगे रस्ता मिलदा, चेते कीता भी भुल जांदा, बड़ा मुश्किल है। तो इस वास्ते हरनाखश वेखो किड्डा सियाना सीगा। बड़े बड़े सियाने इस दुनिया तो तुर गए ने, विद्वान भी संसार समुंदर च। महाराज कबीर जी कहते आपदी अखां नाल आपां डुबदे वेखे ने। ਜਿਹੜੇ गुरु वाले ने पीर वाले ने ਉਹੀ संसार समुंदर तो बचे ने, ਜਾਂ जिन्हां आपदे गुरु की सिक्ख्या नूं मन्निया है ਉਹੀ बचे ने। वाहिगुरु नाम जहाज है, तर के नहीं समुंदर पार लंघिया जांदा, या बेड़ी बूड़ी माड़ी मोटी चीज़ ते नहीं चढ़ के जहाज ही पार लंघाउंदे हन। ये महाराज ने नाम का जहाज बनाया है। चढ़े सो तरे पार, जो शरधा कर सेमदे पार उतारनहार। भुलां चुका क्षमा करो जी, अगे तो समत बख्शो। बलुआ के करुआ मह बसते फुलवत देह अयाने। कहो कबीरा जिह राम ना चेत्यो। बूढ़े बहुत सियाने। वाहिगुरु जी का खालसा, वाहिगुरु।